ਸਾਰੇ ਵਿਦਿਆਰਥੀਆਂ ਨੂੰ ਸਤਿ ਸ਼੍ਰੀ ਅਕਾਲ। ਆਪਾਂ ਪਿਛਲੇ ਕੁਝ ਲੈਕਚਰਾਂ ਤੋਂ ਲੈਮੀ ਸਿਰੋਂ ਕਰ ਰਹੇ ਹਾਂ, ਇਹਦਾ ਪ੍ਰੂਫ ਕੀਤਾ ਸੀ, ਫਿਰ ਇਹਦੇ ਉੱਪਰ ਬੇਸਡ ਆਪਾਂ ਨੂਮੈਰੀਕਲ ਕਰ ਰਹੇ ਹਾਂ। ਅਤੇ ਪਿਛਲੇ ਲੈਕਚਰ ਦੇ ਵਿੱਚ ਇਹ 4 ਟਰਮਾਂ ਸੀਗੀਆਂ ਜੋ 10th ਲੈਵਲ ਦੇ ਵਿੱਚ ਜਾਂ +1 +2 ਲੈਵਲ ਦੀਆਂ ਨੇ। ਇਹ ਚਾਰੇ ਗੱਲਾਂ ਆਪਾਂ ਕੀਤੀਆਂ ਸੀਗੀਆਂ, 4 ਡੈਫੀਨੇਸ਼ਨ ਸੀ। ਸੈਂਟਰੋਇਡ ਕੀ ਹੁੰਦਾ ਇਹ ਪੁਆਇੰਟ ਆਫ ਇੰਟਰਸੈਕਸ਼ਨ ਮੀਡੀਅਨ ਹੁੰਦਾ ਹੈਗਾ। ਸਰਕਮਸੈਂਟਰ ਹੁੰਦਾ ਪੁਆਇੰਟ ਆਫ ਇੰਟਰਸੈਕਸ਼ਨ ਆਫ ਪਰਪੈਂਡੀਕੂਲਰ ਬਾਈਸੈਕਟਰਸ। ਇਨ ਸੈਂਟਰ ਪੜ੍ਹਿਆ ਸੀ ਆਪਾਂ ਪੁਆਇੰਟ ਆਫ ਇੰਟਰਸੈਕਸ਼ਨ ਆਫ ਐਂਗਲ ਬਾਈਸੈਕਟਰਸ। ਅਤੇ ਆਰਥੋ ਸੈਂਟਰ ਪੜ੍ਹਿਆ ਸੀ ਆਪਾਂ ਨੇ ਪੁਆਇੰਟ ਆਫ ਇੰਟਰਸੈਕਸ਼ਨ ਆਫ ਆਲਟੀਟਿਊਡਸ। ਇਹਨਾਂ ਚਾਰਾਂ ਨੂੰ ਯੂਜ਼ ਕਰਕੇ ਲੈਮੀ ਸਿਰੋਂ ਦੇ ਉੱਪਰ ਬੇਸਡ ਆਪਾਂ 4 ਨੂਮੈਰੀਕਲ ਦੇਖਣੇ ਹੈਗੇ ਨੇ। 2 ਮੈਂ ਕਰਵਾਉਣੇ ਹੈਗੇ ਨੇ ਅੱਜ, ਬਾਕੀ ਤੁਸੀਂ 2 ਆਪ ਘਰੋਂ ਟਰਾਈ ਕਰਨੇ ਹੈਗੇ ਨੇ। ਜੋ ਕੁਐਸਚਨ ਨੂਮੈਰੀਕਲ ਕਰ ਰਹੇ ਹਾਂ ਆਪਾਂ, ਇਹਨਾਂ ਨੂਮੈਰੀਕਲ ਦੇ ਵਿੱਚ ਜਿਵੇਂ ਜਿਵੇਂ ਹੁਣ ਇਹ 'ਚ ਨੂਮੈਰੀਕਲ ਆਪਾਂ ਸਟਾਰਟ ਕਰਾਂਗੇ, 10th ਲੈਵਲ ਦੀ ਜਿਓਮੈਟਰੀ ਵੀ ਇਹਦੇ ਵਿੱਚ ਆਊਗੀ ਜੀ। ਉਹ ਜਿਵੇਂ ਜਿਵੇਂ ਆਈ ਜਾਊਗੀ ਉਵੇਂ ਉਵੇਂ ਆਪਾਂ ਨਾਲ ਕਰੀ ਜਾਵਾਂਗੇ। ਤੁਸੀਂ ਆਪਣਾ ਕਿਸੇ ਅਲੱਗ ਕਾਪੀ ਦੇ ਵਿੱਚ ਉਹਨੂੰ ਉਤਾਰੀ ਜਾਈਓ ਸਾਰੇ ਫਾਰਮੂਲਿਆਂ ਨੂੰ, ਕਿਉਂਕਿ ਨਹੀਂ ਤਾਂ ਫਿਰ ਤੁਸੀਂ ਬਾਅਦ 'ਚੋਂ ਕਨਫਿਊਜ਼ ਹੋ ਰਹੇ ਹੋ, ਫਾਰਮੂਲੇ ਯਾਦ ਨਹੀਂ ਰਹਿਣੇ ਹੈਗੇ। ਸੋ ਦੇਖੋ ਧਿਆਨ ਨਾਲ, ਸਟੇਟਮੈਂਟ ਪੜ੍ਹ ਰਿਹਾ ਹੈਗਾ ਮੈਂ, ਤੁਸੀਂ ਵੀ ਪੜ੍ਹ ਲਓ। ਦਿੱਤਾ ਹੋਇਆ ਆਪਾਂ ਨੂੰ O is the circumcenter of triangle ABC, forces PQR acting along the lines OA, OB, OC are in equilibrium. Prove that P upon sin 2A, Q upon sin 2B equals to R upon sin 2C। ਸੈਕਿੰਡ ਪਾਰਟ ਹੈਗਾ P upon ਇਹ ਟਰਾਇੰਗਲ OBC ਪਾਇਆ ਉਹਨਾਂ ਨੇ, ਇਹਦਾ ਮਤਲਬ ਹੁੰਦਾ ਏਰੀਆ ਆਫ ਟਰਾਇੰਗਲ OBC। Q upon ਏਰੀਆ ਆਫ ਟਰਾਇੰਗਲ OCA equals to R upon ਏਰੀਆ ਟਰਾਇੰਗਲ OAB। ਵਿੱਚ ਕੰਸੈਪਟ ਕਾਫੀ ਆਉਣਗੇ ਜੀ, ਮੈਂ ਦੁਬਾਰਾ ਉਹੀ ਗੱਲ ਕਰ ਰਿਹਾ ਹਾਂ। ਕੰਸੈਪਟ ਆਉਣਗੇ ਕਾਫੀ, ਆਪਾਂ ਨਾਲ ਕਰੀ ਵੀ ਜਾਵਾਂਗੇ। ਇਹ ਹੁਣ ਤੁਹਾਡੀ ਰਿਸਪੋਂਸੀਬਿਲਿਟੀ, ਜ਼ਿੰਮੇਵਾਰੀ ਤੁਹਾਡੀ ਬਣਦੀ, ਤੁਸੀਂ ਯਾਦ ਕਿਵੇਂ ਕਰਨਾ ਹੈ। ਇਹ ਯਾਦ ਰੱਖਣ ਦਾ ਤਰੀਕਾ ਸਿਰਫ ਇੱਕੋ ਹੀ ਜੋ ਮੈਨੂੰ ਠੀਕ ਲੱਗ ਰਿਹਾ ਹੈਗਾ, ਉਹ ਤਰੀਕਾ ਇਹ ਆ। ਬਾਕੀ ਤੁਹਾਡੀ ਮਰਜ਼ੀ, ਜਿਸ ਤਰ੍ਹਾਂ ਮਰਜ਼ੀ ਕਰ ਲਓ। ਕਿ ਜਿਹੜੇ ਫਾਰਮੂਲੇ ਕੰਸੈਪਟ ਆਈ ਜਾ ਰਹੇ ਨੇ, ਇੱਕ ਅਲੱਗ ਕਾਪੀ ਲਾ ਲਓ ਛੋਟੀ ਜੀ, ਉਹ ਕਾਪੀ ਵਿੱਚ ਉਹ ਫਾਰਮੂਲੇ ਕੰਸੈਪਟ ਲਿਖੀ ਜਾਓ ਨਾਲ ਇਕੱਲੇ ਸਿਰਫ 10th ਲੈਵਲ ਦੇ ਕੰਸੈਪਟ ਜਾਂ 11ਵੀਂ 12ਵੀਂ ਲੈਵਲ ਦੇ ਕੰਸੈਪਟ ਜਿਹੜੇ ਹੈਗੇ ਨੇ ਉਹ ਲਿਖੀ ਜਾਓ। ਫਿਰ ਤੁਹਾਨੂੰ ਕੀ ਹੋਊਗਾ, ਕਦੇ ਵੀ ਤੁਸੀਂ ਅੱਗੇ ਕੁਐਸਚਨ ਜਿਉਂ ਆਈ ਜਾਣਗੇ। ਹੁਣ ਤਾਂ ਸਟਾਰਟਿੰਗ 'ਚ ਮੈਂ ਕੰਸੈਪਟ ਕਰਵਾ ਰਿਹਾ ਹੈਗਾ, ਜਿਹੜਾ ਅਸੀਂ ਛੋਟੀ ਕਲਾਸ ਦਾ ਕੰਸੈਪਟ ਜਿਹੜਾ ਆਪਾਂ ਕਲਾਸ ਨਹੀਂ ਕੀਤਾ ਹੋਇਆ, ਪਰ ਛੋਟੀ ਕਲਾਸ ਦਾ ਕੰਸੈਪਟ ਉਹ ਸਾਰੇ ਆਪਾਂ ਦੁਬਾਰਾ ਕਰਾਂਗੇ, ਦੁਬਾਰਾ ਦੱਸੂਗਾ ਕੰਸੈਪਟ ਜੀ। ਹੁਣ ਜੇ ਇੱਕ ਵਾਰੀ ਜੋ ਕੰਸੈਪਟ ਕਰਵਾ ਦਿੱਤਾ ਗਿਆ ਹੈਗਾ, ਉਹ ਅਗਲੀ ਵਾਰ ਦੁਬਾਰਾ ਨਹੀਂ ਕਰਵਾਉਣਾ ਹੈਗਾ। ਇਸ ਕਰਕੇ ਤੁਸੀਂ ਕਾਪੀ ਬਣਾ ਲਓ। ਜੇ ਕੰਸੈਪਟ ਜੋ ਆਪਾਂ ਅੱਜ ਕੀਤਾ ਹੈਗਾ ਉਹ ਮੰਨ ਲਓ ਅਗਲੇ 5 ਦਿਨਾਂ 'ਚ ਯੂਜ਼ ਹੋ ਰਿਹਾ ਹੈਗਾ, ਤਾਂ ਅਸੀਂ ਕਿਸੇ ਕਾਪੀ 'ਤੇ ਲਿਖਿਆ ਹੋਊਗਾ ਧਿਆਨ ਨਾਲ, ਤਾਂ ਉਹ ਕਾਪੀ 'ਚੋਂ ਦੇਖ ਕੇ ਤੁਹਾਨੂੰ ਯਾਦ ਆ ਜਾਊਗਾ ਕਿ ਕੰਸੈਪਟ ਇੱਦਾਂ ਸੀਗਾ। 1-2 ਵਾਰੀ ਤੁਸੀਂ ਗੋ ਥਰੂ ਹੋਵੋਗੇ ਕੰਸੈਪਟਾਂ ਵਿੱਚੋਂ, ਫਿਰ ਤੁਹਾਨੂੰ ਆਪਣੇ ਆਪ ਹੀ ਕੰਸੈਪਟ ਯਾਦ ਰਹਿ ਜਾਣਗੇ। ਜੇ ਤੁਹਾਨੂੰ 10th ਲੈਵਲ ਤੱਕ ਦੀ ਜਿਓਮੈਟਰੀ ਚੰਗੀ ਤਰ੍ਹਾਂ ਆ ਗਈ ਸਮਝ, ਜਾਂ ਤੁਹਾਨੂੰ ਆਉਂਦੀ ਹੈਗੀ ਆ, ਵੈਸੇ ਇੱਕ ਚਾਂਸ ਘੱਟ ਨੇ ਕਿ ਬੱਚੇ ਨੂੰ ਆਉਂਦੀ ਹੋਊਗੀ, ਕਿਉਂਕਿ ਗੈਪ ਬਹੁਤ ਪੈ ਚੁੱਕਿਆ ਹੈਗਾ, ਤੁਸੀਂ ਭੁੱਲ ਚੁੱਕੇ ਹੋਵੋਗੇ। ਤਾਂ ਜਿਓਮੈਟਰੀ ਦੇ ਉੱਪਰ ਚੰਗਾ ਤੁਹਾਡਾ ਹੋਲਡ ਆ, ਤੁਹਾਨੂੰ ਟ੍ਰਿਗਨੋਮੈਟਰੀ ਚੰਗੀ ਤਰ੍ਹਾਂ ਆਉਂਦੀ ਹੈ, ਅਤੇ ਬੁੱਕ ਕੁਛ ਵੀ ਨਹੀਂ ਹੈਗੀ। ਬੁੱਕ ਸੌਖੀ ਬਹੁਤ ਹੈ। ਔਖੀ ਤਾਂ ਕਰਕੇ ਹੁੰਦੀ ਹੈਗੀ ਕਿ ਉਹ ਕੰਸੈਪਟ ਨਹੀਂ ਹੁੰਦੇ ਹੈਗੇ ਆਪਾਂ ਨੂੰ, ਤਾਂ ਤੁਸੀਂ ਉਹ ਕੰਸੈਪਟ ਲਿਖੀ ਜਾਓ ਨਾਲ। ਇੱਕ ਹੋਰ ਗੱਲ ਦੱਸਣੀ ਸੀ ਕਿ ਜਿਹੜੀ ਆਪਾਂ ਕੰਮ ਕਰ ਰਹੇ ਹੈਗੇ ਆ, ਜਿਹੜੇ ਆਪਾਂ ਕੰਸੈਪਟ ਕਰ ਰਹੇ ਹਾਂ, ਕੁਐਸਚਨ ਕਰ ਰਹੇ ਹੈਗੇ, ਤੁਹਾਨੂੰ ਉਹਦਾ ਹੋਮਵਰਕ ਵੀ ਦਿੱਤਾ ਜਾਂਦਾ ਨਾਲ ਕਰਨ ਵਾਸਤੇ। ਅਤੇ ਤੁਹਾਡੇ ਵਿੱਚੋਂ ਕੋਈ ਬੱਚਾ ਹੋਮਵਰਕ ਨਹੀਂ ਕਰ ਰਿਹਾ ਹੈਗਾ, ਜਦ ਕਿ ਤੁਹਾਨੂੰ ਸਾਰੇ ਬੱਚਿਆਂ ਨੂੰ ਗਰੁੱਪ ਦੇ ਵਿੱਚ ਜਿਹੜੀ ਐਕਸਰਸਾਈਜ਼ ਹੈਗੀ ਆ ਉਹਦੀ PDF ਭੇਜੀ ਗਈ ਹੈਗੀ ਆ ਐਕਸਰਸਾਈਜ਼ ਦੀ। ਮੈਂ ਜਿੰਨੇ ਬੱਚਿਆਂ ਨੂੰ ਪੁੱਛਿਆ ਹੈਗਾ, ਸਾਰੇ ਬੱਚੇ ਐਂ ਦੱਸ ਰਹੇ ਹੈਗੇ ਨੇ ਕਿ ਸਾਡੇ ਕੋਲ ਬੁੱਕ ਨਹੀਂ ਹੈਗੀ ਜੀ। ਸਾਨੂੰ ਪਤਾ ਕਿ ਤੁਹਾਡੇ ਕੋਲ ਬੁੱਕ ਨਹੀਂ ਹੈਗੀ, ਤੁਹਾਨੂੰ ਸ਼ਾਇਦ ਬੁੱਕ ਨਾ ਵੀ ਮਿਲੇ। ਤੁਹਾਡੀ ਇਹ ਪ੍ਰੋਬਲਮ ਦੇਖਦੇ ਹੋਏ ਅਸੀਂ ਤੁਹਾਨੂੰ ਜਿਹੜੇ ਹੈਗੇ ਨੇ ਕੁਐਸਚਨ ਜਿਹੜੇ ਹੈਗੇ ਨੇ ਉਹ WhatsApp ਕਰ ਦਿੱਤੇ ਗਏ ਨੇ ਤੁਹਾਨੂੰ। ਤੁਸੀਂ ਉਹ ਜਿਹੜੇ WhatsApp ਕੀਤੇ ਗਏ ਨੇ ਕੁਐਸਚਨ, ਉਹਨਾਂ ਵਿੱਚ ਕੰਮ ਕਰੋ। ਸਿਰਦਰਦੀ ਲੈ ਕੇ ਕੰਮ ਕਰੋ। ਜੇ ਕੰਮ ਕਰੋਗੇ ਤਾਂ ਪ੍ਰੋਪਰ ਸਮਝ ਆਊਗਾ। ਐਂ ਨਹੀਂ ਹੈ ਕਿ ਟੀਚਰ ਸਾਨੂੰ ਕਿਹੜਾ ਦੇਖ ਰਹੇ ਹੈਗੇ ਨੇ। ਇਹ ਤੁਹਾਡੀ ਰਿਸਪੋਂਸੀਬਿਲਿਟੀ, ਵੱਡੇ ਹੋ ਚੁੱਕੇ ਹੋ, ਤੁਹਾਡੀ ਰਿਸਪੋਂਸੀਬਿਲਿਟੀ ਹੈਗੀ ਹੈ। ਜੇ ਕੰਮ ਤੁਸੀਂ ਸਮਝ ਰਹੇ ਹੋ, ਕਲਾਸਾਂ ਲਾ ਰਹੇ ਹੈਗੇ ਹੋ,
ਤਾਂ ਉਹ ਕਲਾਸਾਂ ਨੂੰ ਪੂਰਾ ਯੂਟੀਲਾਈਜ਼ ਕਰੋ। ਯੂਟੀਲਾਈਜ਼ ਤਾਂ ਕਰ ਪਾਓਗੇ, ਪੂਰਾ ਉਹ 'ਚੋਂ ਤਾਂ ਲੈ ਪਾਓਗੇ ਜੇ ਜੋ ਕੰਮ ਹੈਗਾ ਉਹਨੂੰ ਪੁੱਛੋਗੇ। ਤੁਹਾਡੇ ਕੋਲ ਤਾਂ ਆਨਲਾਈਨ ਕਲਾਸਿਸ ਦਾ ਇੰਨਾ ਫਾਇਦਾ ਹੋ ਚੁੱਕਿਆ ਹੈਗਾ। ਜੇ ਤੁਸੀਂ ਫਾਇਦਾ ਲੈਣਾ ਚਾਹੋ, ਪਹਿਲਾਂ ਤੁਹਾਡੇ ਕੋਲ ਟੀਚਰ ਸਿਰਫ ਕਲਾਸ 'ਚ ਅਵੇਲੇਬਲ ਹੁੰਦਾ ਸੀਗਾ, ਤੁਸੀਂ ਸਿਰਫ ਟੀਚਰ ਨੂੰ ਕਲਾਸ 'ਚ ਪ੍ਰੋਬਲਮ ਪੁੱਛਦੇ ਸੀਗੇ, ਜਾਂ ਜੋ ਟੀਚਰ ਫ੍ਰੀ ਹੁੰਦਾ ਸੀ ਉਦੋਂ ਪ੍ਰੋਬਲਮ ਪੁੱਛਦੇ ਸੀਗੇ, ਮਤਲਬ ਕਲਾਸ ਵਿੱਚ ਪੁੱਛਦੇ ਸੀ ਪ੍ਰੋਬਲਮ, ਜਾਂ ਕੋਈ ਟੀਚਰ ਫ੍ਰੀ ਹੋਵੇ ਕਲਾਸ ਤੋਂ ਬਾਅਦ ਤੁਸੀਂ ਉਦੋਂ ਪ੍ਰੋਬਲਮ ਪੁੱਛਦੇ ਸੀਗੇ। ਪਰ ਆਨਲਾਈਨ ਦਾ ਇੰਨਾ ਜ਼ਿਆਦਾ ਫਾਇਦਾ ਹੋ ਚੁੱਕਿਆ ਪੜ੍ਹਨ ਵਾਲੇ ਬੱਚੇ ਵਾਸਤੇ। ਹੁਣ ਟੀਚਰ ਤੁਹਾਡੇ ਵਾਸਤੇ 24 ਘੰਟੇ ਅਵੇਲੇਬਲ ਆ। 24 ਘੰਟੇ ਕਿਵੇਂ ਹੈਗਾ, ਤੁਹਾਨੂੰ ਕੋਈ ਪ੍ਰੋਬਲਮ ਆਉਂਦੀ ਹੈਗੀ ਤੁਸੀਂ WhatsApp ਕਰ ਦਿਓ ਨਾਲ ਟੀਚਰ ਨੂੰ, ਟੀਚਰ ਤੁਹਾਨੂੰ ਆਪਣੇ ਆਪ ਹੀ ਉਹਨੂੰ ਸੋਲਵ ਕਰਕੇ ਦੇਊਗਾ, ਘੰਟੇ ਬਾਅਦ 2 ਘੰਟੇ ਬਾਅਦ। ਜੇ ਤੁਸੀਂ ਇਸ ਚੀਜ਼ ਨੂੰ ਯੂਟੀਲਾਈਜ਼ ਕਰਨ ਦੀ ਕੋਸ਼ਿਸ਼ ਕਰੋ ਤਾਂ ਇਹ ਬਹੁਤ ਫਾਇਦੇਮੰਦ ਆ ਪੜ੍ਹਨ ਵਾਲੇ ਬੱਚਿਆਂ ਵਾਸਤੇ, ਸਿਰਫ ਲਾਈਵ ਕਲਾਸਿਸ ਨਾਲੋਂ, ਜੇ ਅਸੀਂ ਇਹਨੂੰ ਯੂਟੀਲਾਈਜ਼ ਕਰੋ। ਜਿਹੜੇ ਬੱਚੇ ਨਹੀਂ ਪੜ੍ਹਨ ਵਾਲੇ ਹੈਗੇ ਉਹਨਾਂ ਵਾਸਤੇ ਬਹੁਤ ਨੁਕਸਾਨਦਾਇਕ ਆ, ਕਿਉਂਕਿ ਅਸੀਂ ਉਹਨਾਂ ਬੱਚਿਆਂ ਨੂੰ ਅਪਰੋਚ ਨਹੀਂ ਕਰ ਸਕਦੇ, ਨਾ ਉਹਨੇ ਕਾਪੀਆਂ ਦੇਖ ਸਕਦੇ ਹੈਗੇ ਆ, ਉਹਨਾਂ ਦੀ ਪ੍ਰੋਬਲਮ ਇਹ ਆ। ਪਰ ਤੁਸੀਂ ਸਾਰੇ ਵੱਡੇ ਬੱਚੇ ਹੈਗੇ ਹੋ, ਇਸ ਕਰਕੇ ਆਪਣਾ ਕੰਮ ਜਿਹੜਾ ਹੈਗਾ ਉਹ ਨਾਲ ਕਰੀ ਜਾਓ। ਚਲੋ ਅੱਗੇ ਕਰਦੇ ਹਾਂ ਆਪਾਂ ਇਸ ਤੋਂ ਬਾਅਦ। ਹੁਣ ਜਿਹੜੇ ਤੁਹਾਨੂੰ PDF ਭੇਜੀਆਂ ਗਈਆਂ ਨੇ ਐਕਸਰਸਾਈਜ਼ ਦੀਆਂ, ਉਹ ਐਕਸਰਸਾਈਜ਼ ਦਾ ਕੰਮ ਕਰਨਾ ਹੈਗਾ। ਹੁਣ ਇਹ ਬਹਾਨਾ ਨਾ ਮਾਰੋ ਕਿ ਸਾਡੇ ਕੋਲ ਬੁੱਕ ਨਹੀਂ ਹੈਗੀ। PDF ਦੇਖੋ ਜਿਹੜੀ ਤੁਹਾਨੂੰ ਗਰੁੱਪ 'ਚ ਸ਼ੇਅਰ ਕੀਤੀ ਗਈ ਹੈਗੀ ਆ, ਨੂਮੈਰੀਕਲ ਕਰੋ, ਉਹਦੇ 'ਚ ਪ੍ਰੋਬਲਮ ਵੀ ਆਉਣਗੀਆਂ। ਜਿਵੇਂ ਜਿਵੇਂ ਪ੍ਰੋਬਲਮ ਸੋਲਵ ਹੋਣਗੀਆਂ ਤੁਹਾਡੇ ਕੰਸੈਪਟ ਹੋਰ ਜ਼ਿਆਦਾ ਕਲੀਅਰ ਹੋਣਗੇ। ਚਲੋ ਅੱਗੇ ਕਰਦੇ ਹਾਂ ਆਪਾਂ ਇਸ ਤੋਂ ਬਾਅਦ। ਸਟੇਟਮੈਂਟ ਆਪਾਂ ਦੇਖੀ ਸੀਗੀ, ਸਟੇਟਮੈਂਟ ਤੁਸੀਂ ਨੋਟ ਕਰ ਲਈ ਹੋਣੀ। ਹੁਣ ਕੁਐਸਚਨ ਕਰ ਰਹੇ ਹਾਂ ਆਪਾਂ, ਇੱਥੋਂ ਸਟਾਰਟ ਕਰ ਲੈਣੇ ਆਪਾਂ ਕੁਐਸਚਨ। 2 ਪਾਰਟ ਨੇ ਜੀ, ਪਹਿਲਾ ਪਾਰਟ ਕਰਾਂਗੇ ਫਿਰ ਦੂਸਰਾ ਪਾਰਟ ਕਰਾਂਗੇ। ਹੁਣ ਸਟੇਟਮੈਂਟ ਮੀਨਿੰਗ ਦੇਖੋ ਕੀ ਹੈਗਾ। ਟਰਾਇੰਗਲ OABC, ਟਰਾਇੰਗਲ ABC ਆ, ਇੱਦਾਂ ਬਣਾ ਲੈਣੇ ਆਪਾਂ ਡਾਇਗਰਾਮ। ਇਹ ਟਰਾਇੰਗਲ ABC ਹੈ ਜੀ, ਤੇ O ਕੀ ਹੈਗਾ ਇਹਦਾ, ਸਰਕਮਸੈਂਟਰ ਕੀ ਹੁੰਦਾ ਹੁਣ ਜਿੱਥੇ ਪਰਪੈਂਡੀਕੂਲਰ ਬਾਈਸੈਕਟਰ ਆਪਸ 'ਚ ਮੀਟ ਕਰਦੇ ਹੁੰਦੇ। ਮੈਂ ਬਣਾ ਨਹੀਂ ਰਿਹਾ ਇਹਦੇ ਵਿੱਚ ਜੀ, ਜੇ ਤੁਸੀਂ ਕਨਫਿਊਜ਼ ਨਾ ਹੋ ਜਾਓ। ਬਸ ਇਹ ਹੈ ਕਿ ਤਿੰਨੇ ਮਤਲਬ ਕਿ ਇੱਦਾਂ ਕਰਕੇ ਆਉਣਗੇ, ਇੱਥੋਂ ਪਰਪੈਂਡੀਕੂਲਰ ਬਾਈਸੈਕਟਰ ਆਊਗਾ, ਇੱਥੋਂ ਪਰਪੈਂਡੀਕੂਲਰ ਬਾਈਸੈਕਟਰ ਆਊਗਾ, ਇੱਥੋਂ ਆਊਗਾ, ਇੱਥੇ ਕਿਤੇ ਮੀਟ ਕਰਨਗੇ। ਇਹਦਾ ਨਾਮ ਕੀ ਆ, O ਦਿੱਤਾ ਹੋਇਆ ਆਪਾਂ। ਇਸ ਤੋਂ ਬਾਅਦ OA ਦੇ ਲੌਂਗ ਫੋਰਸ ਲੱਗ ਰਹੀ ਹੈਗੀ ਆ, OA ਦੇ ਲੌਂਗ ਫੋਰਸ P ਲੱਗ ਰਹੀ ਆ। ਇਹ ਹੁਣ ਧਿਆਨ ਰੱਖਣਾ, ਹੁਣ ਜੇ OA ਦੇ ਅਲੋਂਗ ਫੋਰਸ P ਲੱਗ ਰਹੀ ਆ, ਕਿ OA ਲੈਂਥ ਨੂੰ ਆਪਾਂ P ਕਹਿ ਸਕਦੇ ਹਾਂ? ਇਹ ਤੁਹਾਡੇ ਵਾਸਤੇ ਕੁਐਸਚਨ ਆ, ਪਹਿਲਾਂ ਕੰਸੈਪਟ ਕਰ ਚੁੱਕੇ ਹਾਂ। ਜੇ OA ਦੇ ਅਲੋਂਗ P ਫੋਰਸ ਲੱਗ ਰਹੀ ਆ ਤਾਂ ਜਿਹੜੀ OA ਦੀ ਲੈਂਥ ਹੋਊਗੀ ਉਹਨੂੰ P ਕਹਿ ਸਕਦੇ ਹਾਂ, ਜਾਂ P ਦਾ ਮੈਗਨੀਟਿਊਡ ਜਿਹੜਾ ਹੈਗਾ OA ਲੈਂਥ ਬਰਾਬਰ ਹੋਊਗਾ। ਇਹ ਤੁਹਾਡੇ ਵਾਸਤੇ ਕੁਐਸਚਨ ਆ। ਜਿਹੜਾ ਬੱਚਾ ਨੋਟਸ ਭੇਜੇਗਾ, ਜਿਹਨੂੰ ਨੋਟਸ ਭੇਜਣ ਵਾਸਤੇ ਕਹੇ ਜਾਣਗੇ ਜੀ, ਉਹਦਾ ਆਨਸਰ ਨਾਲ ਜ਼ਰੂਰ ਪਾਵੇ ਕਿ ਇਹ ਆਨਸਰ ਕੀ ਹੈ। ਤੇ OB ਅਲੋਂਗ ਫੋਰਸ ਲੱਗ ਰਹੀ ਹੈਗੀ ਆ Q, ਤੇ OC ਅਲੋਂਗ ਫੋਰਸ ਲੱਗ ਰਹੀ ਆ R। ਇਹ ਤਿੰਨ ਫੋਰਸਿਸ ਲੱਗ ਰਹੀਆਂ ਨੇ, ਦਿੱਤੀਆਂ ਹੋਈਆਂ ਆਪਾਂ ਨੂੰ। ਇਹ ਇਕੁਇਲਿਬਰੀਅਮਸ ਨੇ। ਤਿੰਨ ਫੋਰਸਾਂ ਹੋਣ ਕੰਕਰੈਂਟ, ਇੱਕੋ ਪੁਆਇੰਟ ਤੋਂ ਤਿੰਨ ਫੋਰਸਾਂ ਨਿਕਲਦੀਆਂ ਹੋਣ ਤੇ ਇਕੁਇਲਿਬਰੀਅਮ ਹੋਵੇ, ਉੱਥੇ ਹਮੇਸ਼ਾ ਆਪਾਂ ਲੈਮਿਸਰੂਲ ਲਾਉਣੀ ਆ। ਇਹ ਤੁਹਾਨੂੰ ਪਹਿਲਾਂ ਵੀ ਗੱਲ ਕਹੀ ਹੈ ਕਿ ਉਹਦੇ ਦਾ ਪਤਾ ਆਪਾਂ ਨੂੰ ਕਿ ਇਹ ਲੈਮਿਸਰੂਲ ਦਾ ਕੁਐਸਚਨ ਆ, ਕਿ ਲੈਮਿਸਰੂਲ ਦੇ ਬੇਸਡ ਨੂਮੈਰੀਕਲ ਕਰ ਰਹੇ ਹਾਂ ਆਪਾਂ, ਨੂਮੈਰੀਕਲ ਉਹਦੇ ਬੇਸਡ ਹੀ ਕਰ ਰਹੇ ਹਾਂ ਆਪਾਂ। ਪਰ ਪੇਪਰ 'ਚ ਆਪਾਂ ਨੂੰ ਕਿਤੇ ਨਹੀਂ ਗਿਵਨ ਹੋਊਗਾ ਕਿ ਇਹ ਕੁਐਸਚਨ ਲੈਮਿਸ 'ਚੋਂ ਪਾਇਆ ਗਿਆ ਹੈਗਾ। ਇਸ ਕਰਕੇ ਇਹ ਕੰਸੈਪਟ ਧਿਆਨ ਰੱਖਣਾ ਆਪਾਂ, ਤਿੰਨ ਫੋਰਸਾਂ ਇੱਕੋ ਪੁਆਇੰਟ 'ਚੋਂ ਨਿਕਲਣ ਅਤੇ ਇਕੁਇਲਿਬਰੀਅਮ ਹੋਵੇ ਤਾਂ ਲੈਮਿਸਰੂਲ ਲਾਉਣੀ ਆ ਆਪਾਂ ਨੇ। ਚਲੋ ਦੇਖਦੇ ਹਾਂ ਬਾਕੀ ਤਾਂ। ਉਸ ਤੋਂ ਬਾਅਦ ਕੀ ਕਿਹਾ ਉਹਨਾਂ ਨੇ, ਇਹ ਸ਼ੋਅ ਕਰਨਾ ਆਪਾਂ ਨੂੰ। ਜੇ ਆਪਾਂ ਨੂੰ ਪਤਾ ਕਿ ਲੈਮਿਸਰੂਲ ਲਾਉਣੀ ਹੈਗੀ ਆ ਤਾਂ ਲੈਮਿਸਰਮ ਕਿਵੇਂ ਕੀ ਹੁੰਦਾ, P ਅਪੋਨ ਆ ਐਂਗਲ ਚਾਹੀਦਾ, ਇਹ O ਆ ਜੀ ਵਿੱਚ ਵਾਲਾ, P ਅਪੋਨ ਬਾਕੀ ਦੋ ਫੋਰਸਿਸ ਐਂਗਲ ਇਕੁਅਲ ਟੂ Q ਅਪੋਨ ਬਾਕੀ ਦੋ ਫੋਰਸਿਸ ਐਂਗਲ ਇਕੁਅਲ ਟੂ R ਅਪੋਨ ਬਾਕੀ ਦੋ ਫੋਰਸਿਸ ਐਂਗਲ। ਬਸ ਆ ਤਿੰਨ ਐਂਗਲ ਫਾਈਂਡ ਕਰਨੇ ਫੋਰਸਿਸ ਆ। ਚਲੋ P Q R ਸ਼ੋ ਕੀ ਕਰਨਾ ਆਪਾਂ, ਸ਼ੋ ਕਰਨਾ ਕਿ P ਅਪੋਨ ਸਾਈਨ A ਸਾਈਨ 2A, Q ਅਪੋਨ ਸਾਈਨ 2B, R ਅਪੋਨ ਸਾਈਨ
2c ये शो करना अपन P/Q/R ये शो करना अपन मतलब PQR तो PQR ही ने बस तुहानूं ये देख के लग भी रहा होगा जिवें sin 2a की गल कर रहे हैं अपन तो नीचे ਆਪਾਂ ने sin 2a लैके आना P/sin अल्फा होंदा Q/sin बीटा होंदा R/sin गामा होंदा मतलब ये 2a लैके आना फिर 2b लैके आना फिर 2c लैके आना मतलब आ एंगल कटने बस अपने मेन जिन्ने आप 4 प्रकार के क्वेश्चन करांगे जिमें पहला क्वेश्चन जो कर रहे हैं उरे वो हैगा सर्कम सेंटर दूजे क्वेश्चन के करांगे आपां वो जो सेंट्रोइड होगा इन सेंटर ऑफ सेंटर ये 4 तरह के क्वेश्चन होंगे चलो गल सारे घूम फिर के होगी इन्हां च एंगल फाइंड करने आप तिन्ने वो एंगल फाइंड करन लगे आप वो देख लो ऑर्थो सेंटर की होंदा है सॉरी सर्कम सेंटर की होंदा सर्कम सर्कल का सेंटर होंदा जी लास्ट टाइम क्लास करवाया सीगा ये सर्कल है थोड़ा सा सर्कल छोटा कर लियो चलो सर्कल असी थोड़ा देखने लग तो रहा नहीं चलो देख लियो पहले ये सर्कल का सेंटर होंदा जिहड़ा ऑर्थो सेंटर सर्कल का सेंटर होंदा सेंटर मतलब कि आ भी रेडियस आ भी रेडियस आ भी रेडियस है लास्ट लैक्चर करवाया सी हुण 10th क्लास की प्रॉपर्टी होंदी है वो सर्कल च प्रॉपर्टी किवें होंदी है वो नोट कर लियो आ कोई सर्कल इनू कहने आपां ए बी ए आर्क ए बी आर्क ए बी इदां आर्क आर्क ए बी इस बाउंड्री नूं की कहने आपां सर्कल दे विच जिहड़ी बाउंड्री होंदी है उहनूं कहने हैगे आपां सरकमफ्रेंस सरकमफ्रेंस बाउंड्री नूं आपां सर्कल के केस सरकमफ्रेंस कहने प्रॉपर्टी की होंदी हैगी आ एंगल सबटेंड बाय एन आर्क मैं लिख देना पहला एंगल सबटेंड बाय एन आर्क एट सेंटर इज डबल्ड at the circumference ये कंसेप्ट लिख लो मतलब की है आ सेंटर जिन्ना ये आर्क सेंटर ते एंगल बनाएगी एंगल कितना बनाना हैगा एंगल सबटेंड बाय एन आर्क एंगल कितना बनाना हैगा सबटेंड होंदा बनाना एंगल बनाना कितना होंदा आर्क के दोने एंड पॉइंट सेंटर नाल ज्वाइन कर लो इनू कहांगे एंगल सबटेंड बाय एन आर्क एट सेंटर से बनाया ये डबल होगा जी डबल किहदे नालों एट सरकमफ्रेंस जो सरकमफ्रेंस से एंगल बन रहा मतलब यही आर्क का सरकमफ्रेंस आ हो गया जो सरकमफ्रेंस से एंगल बन रहा हैगा सरकमफ्रेंस से किवें बनाना आप एंगल एक पॉइंट ले लो सरकमफ्रेंस से दोने एंड पॉइंट ज्वाइन कर दो आह जिन्ना ये सरकमफ्रेंस से एंगल बन रहा हैगा सेंटर वाला एंगल इस नाल डबल होगा मतलब जे ए अल्फा हैगा तो 2 अल्फा होगा एंगल सबटेंड बाय एन आर्क ये आर्क का जो सेंटर से एंगल बन रहा हैगा ये डबल होगा जो सरकमफ्रेंस से एंगल बन रहा हैगा उस नाल डबल होंदा है यही अपने गल ध्यान रखनी है फिर देखो ध्यान आ बी सी आर का हम ये बी सी आर का यदा सरकमफ्रेंस से कितना एंगल बनता इनू जोड़ लो एंड पॉइंट में जोड़ दो आ सरकमफ्रेंस ये एंगल ए होंदा जी ध्यान रखना हमेशा जिवें ट्राइंग पहला भी गल आई सी जी जिवें ट्राइंगल आ ए बी सी इनू आपां एंगल ए कहने होंदे आ ये सी एंगल आ ये बी एंगल आ
ਜਿਹੜਾ ਆਪਣੇ ਕੋਲ ਐਂਗਲ ਹੈਗਾ BC ਆਰਕ ਦਾ A ਤੇ ਉਹ A ਐਂਗਲ ਬਣਦਾ, ਇਹ ਐਂਗਲ A ਆ ਤਾਂ ਸੈਂਟਰ ਤੇ ਕਿੰਨਾ ਹੋਊਗਾ, ਸੈਂਟਰ ਆ ਸੀ O, ਸੈਂਟਰ ਤੇ ਕਿੰਨਾ ਐਂਗਲ ਬਣੇਗਾ 2A ਡਬਲ ਹੋ, ਇਹ ਐਂਗਲ 2A ਆ ਗਿਆ ਸਿੱਧਾ ਸੌਖਾ। ਹੁਣ AC ਆਰਕ ਦੇਖੋ, AC ਆਰਕ ਦਾ ਸਰਕਮਫਰੈਂਸ ਤੇ ਕਿੰਨਾ ਐਂਗਲ ਬਣਦਾ ਸਾਰਾ B, ਤਾਂ ਸੈਂਟਰ ਤੇ ਕਿੰਨਾ ਹੋਊਗਾ ਪੱਕਾ ਡਬਲ, ਇਹ ਕਿੰਨਾ ਹੋਊਗਾ ਜੀ 2B। AB ਆਰਕ ਦਾ ਸਰਕਮਫਰੈਂਸ ਤੇ ਕਿੰਨਾ ਬਣਦਾ ਐਂਗਲ ਜਾ ਕੇ ਜੀ C, ਤਾਂ AB ਆਰਕ ਦਾ ਸੈਂਟਰ ਤੇ ਕਿੰਨਾ ਹੋਊਗਾ ਡਬਲ ਇਸ ਨਾਲ, ਇਹ ਕਿੰਨਾ ਹੋਊਗਾ 2C। ਹੁਣ ਜਿਹਨੂੰ ਆਹ ਵਾਲਾ ਕੰਸੈਪਟ ਯਾਦ ਹੋਵੇ, ਆਉਂਦਾ ਹੋਵੇ ਜੀ, ਜਾਂ 10th ਕਲਾਸ ਦੇ ਕੰਸੈਪਟ ਸਾਰੇ ਆਉਂਦੇ ਹੁਣ, ਜਿਵੇਂ ਆਹ ਕੰਸੈਪਟ ਲਾਇਆ ਪਹਿਲੇ ਵਿੱਚ ਜੀ, ਅਤੇ ਜਿਹੜੇ ਆਪਾਂ ਹੁਣ ਕੰਮ ਕਰ ਰਹੇ ਹੈਗੇ ਉਹ ਵੀ ਸਾਰੇ ਫਾਰਮੂਲੇ ਯਾਦ ਹੋਣ ਜੀ, ਤਾਂ ਕੁਐਸਚਨ ਕੋਈ ਔਖਾ ਨਹੀਂ ਹੈਗਾ ਉਹਦੇ ਵਾਸਤੇ, ਸਿੱਧੇ ਐਂਗਲ ਨਿਕਲ ਕੇ ਬਸ ਲੈਂਬੇਸ ਲਾਉਣੀ, ਸਿੱਧਾ ਆਨਸਰ ਆ ਜਾਊਗਾ। ਉਹ ਮੈਂ ਲਿਖਣ ਲੱਗਿਆ ਜੀ, ਨਾਓ ਇੱਥੋਂ ਸ਼ੁਰੂ ਕਰ ਰਹੇ ਕੁਐਸਚਨ ਡਾਇਗਰਾਮ ਬਣਾ ਕੇ, ਇੱਥੋਂ ਕੁਐਸਚਨ ਸਟਾਰਟ ਕਰਨਾ। ਨਾਓ ਐਂਗਲ BOC ਇਕੁਅਲ ਟੂ 2A, BOC ਇਹ 2A ਆ, ਐਂਗਲ AOB ਇਹ 2C ਆ, AOB ਇਹ 2C ਆ, ਐਂਗਲ AOC ਇਹ 2B ਆ। ਕਿਉਂ? ਬਿਕੋਜ਼ ਰੀਜ਼ਨ ਪਾਉਣਾ ਆਪਾਂ, ਐਂਗਲ ਸਬਟੈਂਡ ਬਾਏ ਐਨ ਆਰਕ at center is doubled at the circumference, therefore by Lemme's theorem P upon sine of angle between other two P upon sine 2A, Q upon sine 2B, R upon sine 2C। ਸਿੰਪਲ ਆ ਕੁਐਸਚਨ ਬਣ ਗਿਆ। ਅੱਗੇ ਵੀ ਕੁਐਸਚਨ ਕਰਾਂਗੇ ਆਪਾਂ, ਹੈ ਵੀ ਉਹ ਸਿੰਪਲ, ਪਰ ਕੁਐਸਚਨ ਦੇ ਵਿੱਚ ਪੁਰਾਣੇ ਕਨਸੈਪਟ ਜ਼ਿਆਦਾ ਆਉਣਗੇ ਬਸ। ਚਲੋ ਬਾਕੀ ਤੁਹਾਡੀ ਮਰਜ਼ੀ ਹੈ ਜੀ, ਜੇ ਕਰ ਲਵਾਂਗੇ ਤਾਂ ਇੰਟਰਸਟ ਬਣ ਜੂਗਾ ਇਹਦੇ ਵਿੱਚ, ਨਹੀਂ ਤਾਂ ਬੁੱਕ ਔਖੀ ਲੱਗੇਗੀ ਤੁਹਾਨੂੰ ਜੀ। ਇਹ ਗੱਲ ਧਿਆਨ ਰੱਖੋ, ਜਿਵੇਂ ਜਿਵੇਂ ਤੁਸੀਂ ਬੱਚੇ ਕੰਮ ਨਹੀਂ ਕਰ ਰਹੇ ਹੈਗੇ, ਜਿਵੇਂ ਜਿਵੇਂ ਆਪਾਂ ਅੱਗੇ ਜਾਵਾਂ ਤੁਹਾਨੂੰ ਕੁਐਸਚਨ ਹੋਰ ਵੀ ਔਖੇ ਲੱਗਣਗੇ। ਮੈਂ ਇੱਕ ਕੁਐਸਚਨ ਕਰਵਾਊਂਗਾ ਇੱਕ ਹੋਰ ਜੀ, ਅੱਜ ਇੱਕ ਕੁਐਸਚਨ ਨਾਲ ਤਾਂ ਕਰਾਂਗੇ ਆਪਾਂ, ਤੁਹਾਨੂੰ ਔਖਾ ਲੱਗੇਗਾ ਜੀ ਉਹ, ਬਿਕੋਜ਼ ਤੁਸੀਂ ਕਦੇ ਕੰਮ ਨਹੀਂ ਕਰ ਰਹੇ ਹੈਗੇ। ਚਲੋ ਅੱਗੇ ਚੱਲਦੇ ਹਾਂ। ਇਹ ਫਸਟ ਪਾਰਟ ਪ੍ਰੂਵ ਕੀਤਾ ਆਪਾਂ ਨੇ, ਇਹ ਫਸਟ ਪਾਰਟ ਆ ਜੀ। ਹੁਣ ਸੈਕਿੰਡ ਪਾਰਟ ਕਰਨਾ, ਉਹਦੀ ਡਾਇਗਰਾਮ ਮੈਂ ਥੋੜ੍ਹੀ ਅਲੱਗ ਬਣਾ ਰਿਹਾ ਕਿ ਕਨਫਿਊਜ਼ ਨਾ ਹੋ ਜਾਵੇ। ਸੈਕਿੰਡ ਪਾਰਟ ਦੇਖ ਲਿਓ, ਸਟੇਟਮੈਂਟ ਲਿਖੀ ਹੋਊਗੀ ਤੁਸੀਂ। ਇੱਥੇ ਏਰੀਆ ਟਰਾਇੰਗਲ OABC ਲੈ ਕੇ OBC ਲੈਣਾ, ਇੱਥੇ OCA, ਇੱਥੇ ਏਰੀਆ ਟਰਾਇੰਗਲ OAB। ਚਲੋ ਇਹ A ਆ ਜੀ, ਇਹ B ਆ, ਇਹ C ਆ। ਇਹ ਆਪਾਂ ਲਿਆ ਸੀਗਾ ਜੀ ਸਰਕਮ ਸੈਂਟਰ, ਇਹ ਜੁਆਇਨ ਕਿੱਥੇ ਸੀ, ਇੱਥੇ P ਹੋ ਗਿਆ ਸੀ, ਇਹ Q ਸੀ, ਇਹ R ਸੀ, ਇਹ O ਸੀ। ਦਿੱਤਾ ਹੋਇਆ ਸਾਰਾ ਕੁਛ ਆਪਾਂ ਨੂੰ। ਇਹ 2A ਪ੍ਰੂਵ ਕੀਤਾ ਸੀ, ਇਹਨੂੰ ਆਪਾਂ 2B ਪ੍ਰੂਵ ਕੀਤਾ ਸੀ, ਇਹਨੂੰ ਆਪਾਂ ਨੇ 2C ਪ੍ਰੂਵ ਕੀਤਾ ਸੀ। ਇਹ ਪਹਿਲਾ ਪਾਰਟ ਆਪਣਾ ਆਨਸਰ ਆ ਚੁੱਕਿਆ, ਨੰਬਰਿੰਗ 1 ਪਾ ਲਵਾਂਗੇ। ਹੁਣ ਕਰਨਾ ਕੀ ਹੈ ਜੀ, ਆਪਾਂ ਨੇ ਇੱਥੇ ਏਰੀਆ ਬਣਾਉਣਾ ਹੈਗਾ, ਇੱਥੇ ਵੀ ਏਰੀਆ, ਇੱਥੇ ਵੀ, ਇਹ ਸਾਰੇ ਆਪਾਂ ਨੇ ਏਰੀਆ ਬਣਾਉਣੇ ਹੈਗੇ ਨੇ। ਜੋ ਦੇਖੋ ਇੱਕ ਉਹੀ ਪੁਰਾਣੇ ਕਨਸੈਪਟ ਹੈ, +1 ਟ੍ਰਿਗਨੋਮੈਟਰੀ ਵਿੱਚ ਆਉਂਦਾ ਹੈਗਾ। ਕੋਈ ਵੀ ਟਰਾਇੰਗਲ ਆ, ਉਹਦੇ ਏਰੀਏ ਕਿਵੇਂ ਕੱਢਣੇ ਹੁੰਦੇ ਨੇ। ਏਰੀਆ
ऑफ ट्रायंगल ए बी सी। एरिया किवें कढना नोट पा लियो। हुण ये कंसैप्ट सारे छोटी क्लास वाले ने जी, इस करके मैं दोबारा कह रहा भजा जे नहीं याद रहणगे फिर तुहानूं अगे औखा लगी जाऊगा, तो काम करोगे तो याद रहणगे। एक तो एरिया हैगा हाफ बेस इंटू हाइट, एक तो होंदा जो मैं नहीं दस रहा, लोड़ नहीं हैगी। हाफ बेस इंटू हाइट होंगे, ये जिवें आऊगा मैं देखांगे आपां। एक +1 ये 10th क्लास के 9th 10th क्लास के आता है। एक +1 के आता एरिया, ये होंदा हाफ, मैं मटिया ना ए सामने ए साइड, ये बी साइड, ये सी साइड। हाफ ਜਿਹੜੀਆਂ दो साइड लै रहे हैं आप बी सी, हाफ बी सी, उन्होंने दा एंगल का साइन लेना अपने। ਜਿਹੜੀਆਂ दो साइड आप लै रहे हैं बी तो सी लै रहे हैं, तो हाफ बी सी, इन्हों एंगल की आ रहा है ए साइन है, ये एरिया ऑफ ट्रायंगल होंगे। जां जे ए तो सी लै रहे हैं आप दो साइड, हाफ ए सी लै रहे हैं साइड इंटू साइन, तो इन्हों एंगल की होगा बी होगा। जे आ दो साइड लै रहे हैं आप हाफ ए बी साइन, इन्हों एंगल की है सी। इन्हों तिनों विचों कोई भी फॉर्मूला आप यूज़ कर सकते हैं, वो एरिया आ जाऊगा। होर भी फॉर्मूले बहुत होंगे एरिया वास्ते, पर जिन्नी की लोड़ है उन्होंने काम करवा रहे हैं। तो फिर अपने कोल एरिया ट्रायंगल ओ बी सी कितना होगा। इस तो पहले एक लाइन होर पा लें आप, ये कर चुके हैं आप कि ओ ए इक्वल्स टू ओ बी इक्वल्स टू ओ सी, तिने बराबर होंगे। क्यों? तिने की ने आर सी, ये मन्ने ने आप तिने आर मान लिया। आर की हैगा रेडियस ब्रैकेट च। सेंटर तो जो आप डिस्टेंस देखांगे ये सारे रेडियस होंगे जी, पहला किया है अपन। तो एरिया ट्रायंगल ओ बी सी की होगा, ओ बी सी आ दो लै रहे हैं आप साइड, मतलब हाफ पहला ओ बी फिर ओ सी इंटू साइन एंगल बिटवीन दैम कितना है 2a। ओ बी तो ओ सी कितना हैगा आर आर, ये बन गया आर स्केयर बाय 2 साइन 2a। ये बन गया एरिया ट्रायंगल ओ बी सी। सिमिलरली एरिया ट्रायंगल ओ ए सी, ओ ए सी आही आ जाऊगा आर स्केयर बाय 2 कर लियो, एंगल कितना ये साइन 2b। तो एरिया सिमिलरली एरिया ट्रायंगल ओ ए बी, ओ ए बी, ये भी उमें आर आर आ गया। ये भी देख लो जी, सिमिलरली कह रहे हैं आप आर स्केयर बाय 2 साइन 2c, तिने आ गए जी। हुण लवांगे आप नंबरिंग वन। now using 1 p upon sin 2a प्रूव किया सी आपने, q upon sin 2b किया सीगा जी, r upon sin 2c किया सी। मल्टीप्लाई सीधे पाना जो आप दिस इंप्लाई नीचे तिनों मल्टीप्लाई करता कि हाफ आर स्केयर नाल, मतलब उरे भी हाफ आर स्केयर नाल मल्टीप्लाई करता जी, इत्थे भी आप हाफ आर स्केयर नाल मल्टीप्लाई करता, इत्थे भी आप हाफ आर स्केयर नाल मल्टीप्लाई करता। पहले वाला की है, ये हैगा एरिया ट्रायंगल ओ बी सी, पी अपॉन एरिया ट्रायंगल ओ बी सी। एरिया पाओगे तो भी ठीक है, जो कलर ट्रायंगल पाओगे तो अंडरस्टूड है कि एरिया ही होगा, तो ही उन्होंने एरिया वर्ड पाया नहीं है। पी अपॉन एरिया ट्रायंगल ओ बी सी, क्यू अपॉन ये किहड़ा जी ओ बी वाला
ट्रायंगल OAC ते R अपॉन ट्रायंगल OAB। ये एरिए ने सारे अपने, ये अपना आंसर हो गया। ये सारा पुराने कंसैप्ट है जी। पुराने कंसैप्ट हुण याद रखो नाल, ये याद तां रहणगे कापी लिखोगे तो प्रैक्टिस करो, बिना प्रैक्टिस तो याद नहीं रहने फॉर्मूले जी। इन्हें नाल क्वेश्चन की प्रैक्टिस करो जी। एक क्वेश्चन करवाना है होर, देखो उसमें समझ आ जाऊगा जी क्यों मैं इहदे पर ज़्यादा जोर ला रहा पुराने कंसैप्टों उपर। तो इस गल उपर मैं ज़्यादा क्यों जोर ला रहा हैगा कि तुसीं घरे काम करो। तो देखो क्वेश्चन कर रहे हैं आप, स्टेटमेंट पढ़ दिओ, स्टेटमेंट तो सामने आ जाऊगी जी। H इज़ ऑर्थो सेंटर ऑफ ट्रायंगल ABC, फोर्सेज एक्टिंग अलॉन्ग लाइन्स HA, HB, HC आर इन इक्विलिब्रियम। प्रूव दैट P रेशो Q रेशो R इक्वल्स टू A रेशो B रेशो C। ये आप शो करना। डायग्राम सेम ही आ, बस ये की है अपने को ऑर्थो सेंटर। ऑर्थो सेंटर की होंदा हैगा पॉइंट ऑफ इंटरसैक्शन ऑफ ऑल्टीट्यूड्स। इतों स्टार्ट कर रहे हैं, ये डायग्राम बना रहे हैं, वो देख लीजिए। जिथे परपेंडिकुलर मिलणगे आपस चो मैं एक परपेंडिकुलर ड्रॉ कर लेना इतने। एक आ परपेंडिकुलर मान लो, एक आह देखने लगे ना परपेंडिकुलर, कितने एं डायग्राम ना बनाई हो कि देखने भी खराब लगे। हुण आ डायग्राम बनाती मैं, लग रहा देखने परपेंडिकुलर। डायग्राम इदा बनानी है कि थोड़ा मोटा फर्क हो, कोई फर्क नहीं पैंदा हैगा, पर लगे कि परपेंडिकुलर बनाया आपने। परपेंडिकुलर बिल्कुल सीधा होंदा है, ऑल्टीट्यूड एंगल 90 डिग्री होंदा। ये भी देखने इदा जिसे तिन्ने परपेंडिकुलर मिलणगे आपस, उन्होंने की कहांगे आप ऑर्थो सेंटर। H की हैगा अपने को ऑर्थो सेंटर। ये D ले लिया, ये E ले लिया, इन्हें भी ज्वाइन कर लेंगे आप सारे। ये F दिता की होया उन्होंने HA के अलॉन्ग फोर्स लग रही ने, ये अलॉन्ग P लग रही है, HB अलॉन्ग Q फोर्स लग रही है, HC अपॉन अलॉन्ग R फोर्स लग रही है। तो आपने प्रूव करना हैगा P अपॉन A, Q अपॉन B, R अपॉन C, ये चीज़ शो करनी है आप। और लैमिसुल में 3 फोर्सा ने इक्विलिब्रियम आ, एक पॉइंट तो निकल रही ने, लैमिसुल लानी है, तो बस अपना काम की है आप एंगल फाइंड करने। आपने एंगल फाइंड करने। देखो थोड़े तो होंगे एंगल फाइंड, पहले ये पर एक एंगल फाइंड करते हैं आप वाला। ये थोड़ा तो लगता कि एंगल फाइंड हो जाऊगा, आ एंगल करना अपने। सोचो पुराने कंसैप्ट ने सारे ये, ज्योमैट्री मैं यूज़ कर रहा, आप एंगल फाइंड करते हैं। देखो ध्यान ना किवें देखी जाओ, समझाई जाऊगा। इन ट्रायंगल पहला आप ट्रायंगल ले रहे हैगे BEC ट्रायंगल लिया आपने BEC। ये ट्रायंगल दे विच जिहड़ा एंगल EBC, ये एंगल प्लस कला C पा रहे, ये एंगल ही है कला C एंगल, तो आह ये एंगल की है C, एंगल नहीं पाया, लोड़ नहीं है सीधा C पावांगे आप, ये एंगल ही है C।
सी एंगल हो गया तो एक एंगल, तिने एंगल 90 डिग्री है, तिने एंगल का सम कितना होगा जी 180 डिग्री। तो एंगल ई बी सी कितना आ गया 90 माइनस सी। अपने एंगल कढ़ लिया। हुण देखो इन ट्राएंगल एच बी डी, एच बी डी, ये एच बी डी ट्राएंगल लिया आपने, ये एंगल एंगल ए बी सी प्लस 90 प्लस एंगल आ वाला बी एच डी, आ वाला एंगल जी बी एच डी, ये कितना होगा 180। तो एंगल बी एच डी कितना आ गया, उत्ते जाके 90 हो गया, 90 180 माइनस 90 90 आ गया। ये कितना सीगा माइनस 90 प्लस सी, तो काम भी सौखा हो गया। ये एंगल कितना आ गया सी एंगल, ए वाला एंगल अद्धा आ कढ़ा ही आप एंगल, ये एंगल कितना आ गया सी आ गया। हुण आ कढ़ांगे एंगल, उवें चलांगे सारा। ये वाला एंगल सी आया जी, हुण एंगल कढ़ लगे आप। इन ट्राएंगल देखी जाओ, इन ट्राएंगल बी सी एफ, बी सी एफ, बी सी एफ, ये एंगल कढ़ रहे हैं पहले बी सी एफ एंगल बी सी एफ प्लस ए वाला एंगल प्लस आह 90 डिग्री प्लस ए वाला एंगल कितना सारा बी, बी इक्वल्स टू 180 डिग्री। तो एंगल बी सी एफ कितना आ गया अपने को 90 डिग्री माइनस बी। ये भी हो गया। हुण ले रहे हैं आप इन ट्राएंगल एच डी सी, एच डी सी, ये एंगल कढ़ लिया आपने। एंगल बी सी एफ प्लस ए वाला एंगल प्लस आह 90 डिग्री प्लस ए वाला एंगल सी एच डी, एंगल सी एच डी, ये कितना आ गया 180 डिग्री। ये रब कर लेना सी एच डी करना अपने। देयरफॉर एंगल सी एच डी ये कितना आ जाऊगा जी, उधर ले गए 180 माइनस 90 डिग्री आ गया। हाँ बी सी एफ उधर ले गए माइनस हो गया, ये भी कितना आ गया आह सी आया आह बी है, तो ओवरऑल कितना बन गया एंगल जी। तो एंगल बी एच सी, बी एच सी ये कितना होगा जी एंगल बी एच डी प्लस एंगल एच डी सी या सी एच डी, एंगल सी एच डी ये कितना हो गया सी प्लस बी, ये सी प्लस बी है। हुण आपां नूं पता कि ए प्लस बी प्लस सी कितना होंदा ट्राएंगल दे विच, तिन्ने एंगल का सम कितना होंदा 180 होंदा। तो बी प्लस सी प्लस बी की वैल्यू कितनी आ गई 180 डिग्री माइनस ए। हुण देख लो जी है काम जमी सिंपल है, सिंपल क्योंकि सारा 10th लैवल का काम किया आपने। ये औखा क्यों लगता बच्चों को, औखा तो लगता है क्योंकि 10th लैवल का बहुत गैप पै चुका, 4 साल का गैप हो गया। एक तो गल याद नहीं रही हैगी, याद नहीं रही गल, दूजी गल बच्चे हुण मेहनत नहीं करते है, तो ही प्रॉब्लम थोड़ी ये आती हैगी। हुण देखो ध्यान ये एंगल कढ़ लिया अपने, काफ़ी टाइम लग गया अपन
जे दिमाग लाइए ये एंगल आप सीधा कढ़ लवेंगे, ये एंगल क्यों कट रहे हैं आप लैमिस उन्हें आह वाला एंगल चाहिए हैगा, आह वाला एंगल चाहिए तो आह वाला एंगल चाहिए लैमिस दे विच। हुण ये एंगल सीधा दिमाग ला सकते हैं कि यह एंगल जिहड़ा सीगा वो ए सामने सीगा, तो कितना आंसर आया 180 माइनस ए वाला एंगल बी सामने आ, ये 180 माइनस बी आऊगा। एंगल AHC यह 180 डिग्री माइनस बी होगा जी। ए वाला एंगल सी सामने आ, AHB एंगल AHB ये आऊगा 180 डिग्री माइनस सी। यह अपना आंसर आ गया जी। तिने एंगल आप सॉल्व कर ले। हुण लैमिस बस एंगल निकल गए फिर लैमिस ला देनी है। देयरफॉर बाय लैमिस थ्योरम P अपॉन साइन केड़ा एंगल है साइन BHC एंगल BHC Q अपॉन साइन आ क्या होगा Q अपॉन AHC साइन एंगल AHC R अपॉन साइन AHB साइन AHB। तो दिस इंप्लाइज P अपॉन साइन हाँ जी BHC एंगल कितना कढ़िया आप 180 माइनस A 180 डिग्री माइनस A Q अपॉन साइन 180 डिग्री माइनस B R अपॉन साइन 180 डिग्री माइनस C। हुण यह किया होया ये तुहानूं शायद याद भी होवे, जे नहीं याद फिर याद करो जी। साइन 180 माइनस ए हो गया साइन ए Q अपॉन साइन बी R अपॉन साइन सी ये आ गया। हुण प्रॉब्लम यह है वधिया गल यह है कि आंसर नहीं है। वधिया गल मैं तां कह रहा है बिकॉज वो दिमाग लाउणा आंसर कढ़न वास्ते। आप आंसर की लैके आना जी, आप आंसर लैके आना है P अपॉन A Q अपॉन B R अपॉन C। हुण इत्थे प्रॉब्लम आऊगी जी सिर्फ BSc वाला कंसैप्ट आ फार्मूला बस कभी आ BSc का कंसैप्ट, बाकी सारे +2 लैवल तक के कंसैप्ट ने, +2 भी नहीं हैगी +1 लैवल तक के कंसैप्ट ने सारे बाकी। सो देखो ध्यान सो करवा दो फटाफट। हुण ABC किवें लैके आने ने ये नंबरिंग 1 पा के रख लो। नाउ साइन फार्मूला जे ध्यान च होवे जी साइन A अपॉन A हुंदा जी, साइन B अपॉन B साइन C अपॉन C बराबर होंगे ने। तिन्हों आपां K मान लिया, K इक्वल टू K वैसे ही मान लिया, से मतलब कोई भी मन्ने आपने। साइन A कढ़ लो कितना आऊगा, साइन A आ गया A इंटू K एंड साइन B आ गया B इंटू K एंड साइन C आ गया C इंटू K। तिन्ने वैल्यूज़ आ गई। ये नंबर ही 1 च पुट कर देंगे, पुट इन 1 ये 1 च पुट करे आपने तो P अपॉन कितना आ गया AK Q अपॉन BK R अपॉन CK। तिन्ना दे विचों K कैंसल करता जी आप, देयरफॉर P अपॉन A आ गया Q अपॉन B आ गया R अपॉन C आ गया। चलो ये 4 प्रकार के अपना आंसर आ गया। ये 4 प्रकार के क्वेश्चन ने। सेंट्रोइड का क्वेश्चन, ऑर्थोसेंटर क्वेश्चन किया पहला आपने, ये हुण किया ऑर्थोसेंटर वाला। सर्कम सेंटर का क्वेश्चन 2 क्वेश्चन कर लिया आप। एक सेंट्रोइड का क्वेश्चन रह गया जी, एक इन सेंटर का क्वेश्चन रह गया। ये 4 क्वेश्चन बहुत इंपॉर्टेंट है, अगले पेपर के एक आने की संभावना बहुत ज़्यादा है। ये तुसीं क्वेश्चन ट्राई कर लियो। तो ये एक्सरसाइज की PDF
ਤੁਹਾਨੂੰ ਭੇਜੀ ਹੋਈ ਹੈ, ਉਹ 'ਚੋਂ ਕੁਐਸਚਨ ਦੇਖ ਕੇ ਟਰਾਈ ਕਰ ਲਿਓ। ਇਹ ਐਕਸਰਸਾਈਜ਼ ਸਾਰੀ ਕੰਪਲੀਟ ਕਰਨੀ ਹੈ। ਚਲੋ ਠੀਕ ਹੈ ਜੀ, ਇੰਨਾ ਕੰਮ ਹੈ। ਇਹ ਸਾਰਾ ਕੰਮ ਪੜ੍ਹ ਲਿਓ। ਜੇ ਕੋਈ ਇਹਦੇ 'ਚ ਤੁਹਾਨੂੰ ਪ੍ਰੋਬਲਮ ਆਉਂਦੀ ਹੈਗੀ ਹੈ, ਤੁਹਾਨੂੰ WhatsApp 'ਤੇ ਪੁੱਛ ਲਿਓ। ਜੇ ਪ੍ਰੋਬਲਮ ਆ ਹੁਣ ਕਲੀਅਰ ਕਰੀ ਜਾਓਗੇ ਕਿ ਪੜ੍ਹਨਾ ਤੁਹਾਨੂੰ ਪੈਣਾ ਹੀ ਹੈਗਾ। ਜੇ ਹੁਣ ਪੜ੍ਹ ਲਵੋਗੇ ਫਾਇਦਾ ਕੀ ਆ ਉਹਦਾ, ਜੇ ਹੁਣ ਪੜ੍ਹੋਗੇ ਤੁਹਾਨੂੰ ਅੱਗੇ ਟੌਪਿਕ ਸਮਝ ਵੀ ਆਉਣਾ ਸ਼ੁਰੂ ਹੋ ਜਾਊਗਾ। ਇਹੀ ਜੇ ਤੁਸੀਂ ਹੁਣ ਮਹੀਨੇ ਬਾਅਦ ਪੜ੍ਹਨਾ ਸ਼ੁਰੂ ਕਰੋਗੇ ਫਿਰ ਉਹਨਾਂ ਨਾਲ ਕੀ ਹੋਊਗਾ, ਜਿਹੜਾ ਕੰਸੈਪਟ ਆਪਣਾ ਚੱਲ ਰਿਹਾ ਹੋਊਗਾ ਨਾਲ ਤੁਹਾਨੂੰ ਉਹ ਸਮਝ ਨਹੀਂ ਆਉਣਾ ਹੈਗਾ। ਇਸ ਤਰ੍ਹਾਂ ਪੜ੍ਹਨਾ ਤਾਂ ਹੈਗਾ ਹੀ, ਇਸ ਤਰ੍ਹਾਂ ਪਹਿਲਾਂ ਹੀ ਪੜ੍ਹਨਾ ਸ਼ੁਰੂ ਕਰ ਲਵੋ ਆਪਣਾ, ਤਾਂ ਜੋ ਤੁਹਾਨੂੰ ਕੰਸੈਪਟ ਵੀ ਕਲੀਅਰ ਹੋਈ ਜਾਣ ਅਤੇ ਤੁਹਾਡਾ ਇੰਟਰਸਟ ਵੀ ਇਹਦੇ ਵਿੱਚ ਬਣਿਆ ਰਹੇ। ਜੇ ਕੋਈ ਤੁਹਾਨੂੰ ਪ੍ਰੋਬਲਮ ਆਉਂਦੀ ਹੈ ਉਹਨੂੰ WhatsApp ਗਰੁੱਪ 'ਤੇ ਸ਼ੇਅਰ ਕਰ ਲਿਓ ਜੀ। ਥੈਂਕ ਯੂ।